Hello dear learners, welcome to our channel IELTS Fever and this is Manpreet. Today I am sharing with you another latest QCAT topic and today's topic is about describe a house or apartment you would like to live in. ਕੋਈ ਐਵੇਂ ਦਾ ਹਾਊਸ ਜਾਂ ਅਪਾਰਟਮੈਂਟ ਜਿੱਥੇ ਤੁਸੀਂ ਫਿਊਚਰ 'ਚ ਰਹਿਣਾ ਚਾਹੁੰਦੇ ਹੋ what it is like ਉਹ ਕਿੱਦਾਂ ਦਾ ਹੋਊਗਾ where it would be ਉਹ ਕਿਹੜੇ ਪਲੇਸ 'ਤੇ ਹੋਊਗਾ ਕੰਟਰੀ ਸਾਈਡ ਸਿਟੀਜ਼ ਦੇ ਵਿੱਚ ਹਿਲੀ ਏਰੀਆਜ਼ 'ਚ ਮਤਲਬ ਕਿਹੜੀ ਉਹ ਪਲੇਸ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਡਰੀਮ ਹਾਊਸ ਹੋਵੇ ਵਾਈ ਯੂ ਵੁੱਡ ਲਾਈਕ ਟੂ ਲਿਵ ਇਨ ਦਿਸ ਹਾਊਸ ਔਰ ਅਪਾਰਟਮੈਂਟ ਕਿਉਂ ਤੁਸੀਂ ਫਿਊਚਰ ਦੇ ਵਿੱਚ ਉਸ ਅਪਾਰਟਮੈਂਟ 'ਚ ਜਾਂ ਉਸ ਹਾਊਸ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ ਐਂਡ ਹਾਊ ਡੂ ਯੂ ਫੀਲ ਅਬਾਊਟ ਦਿਸ ਹਾਊਸ ਅਤੇ ਤੁਹਾਡੀ ਕੀ ਫੀਲਿੰਗਸ ਨੇ ਉਸ ਹਾਊਸ ਔਰ ਉਸ ਅਪਾਰਟਮੈਂਟ ਨੂੰ ਲੈ ਕੇ without wasting any time let's get started well everybody has a dream to live in an ideal accommodation ਹੁੰਦਾ ਆ ਰਹਿਣਾ ਜਿੱਥੇ ਤੁਸੀਂ ਮਤਲਬ ਹਾਊਸਿੰਗ ਵਗੈਰਾ ਠੀਕ ਹੈ ਕਹਿੰਦੇ ਹਰੇਕ ਇੱਕ ਬੰਦੇ ਦਾ ਡਰੀਮ ਹੁੰਦਾ ਆ ਕਿ ਉਹ ਆਪਣੇ ਇੱਕ ਸੁਪਨਿਆਂ ਦੇ ਘਰ ਦੇ ਵਿੱਚ ਰਵੇ ਆਈਡੀਅਲ ਮਤਲਬ ਆਦਰਸ਼ ਹਾਊਸਿੰਗ ਦੇ ਵਿੱਚ ਰਵੇ ਬਟ ਇਟ ਇਜ਼ ਨਾਟ ਅ ਪੀਸ ਆਫ ਕੇਕ ਟੂ ਬਾਈ ਅ ਨਿਊ ਹਾਊਸ ਔਰ ਅਪਾਰਟਮੈਂਟਸ ਈਜ਼ਲੀ ਕਹਿੰਦੇ ਅ ਪੀਸ ਆਫ ਕੇਕ ਨਹੀਂ ਹੈ ਅ ਪੀਸ ਆਫ ਕੇਕ ਹੁੰਦਾ ਆ ਜੀ ਬਹੁਤ ਈਜ਼ੀ ਮਤਲਬ ਆਸਾਨੀ ਨਾਲ ਮਿਲਣ ਵਾਲੀ ਕੋਈ ਚੀਜ਼ ਇੰਨੀ ਆਸਾਨੀ ਨਾਲ ਮਿਲਣ ਵਾਲੀ ਚੀਜ਼ ਨਹੀਂ ਹੈ ਕਿ ਤੁਸੀਂ ਕੋਈ ਖਰੀਦ ਲਓ ਨਵਾਂ ਘਰ ਜਾਂ ਅਪਾਰਟਮੈਂਟ ਈਜ਼ਲੀ ਬਿਕੋਜ਼ ਇਨਫਲੇਸ਼ਨ ਹੈਜ਼ ਬੀਨ ਰਾਈਜ਼ਿੰਗ ਡੇ ਬਾਈ ਡੇ ਇਨਫਲੇਸ਼ਨ ਹੁੰਦਾ ਜੀ ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਲਾਈਕ ਅਦਰਸ ਦੂਜਿਆਂ ਦੇ ਵਾਂਗੂ ਆਈ ਆਲਸੋ ਡਰੀਮ ਆਫ ਲਿਵਿੰਗ ਇਨ ਮਾਈ ਡਰੀਮ ਹਾਊਸ ਕਹਿੰਦੇ ਮੇਰਾ ਵੀ ਇੱਕ ਡਰੀਮ ਹੈ ਕਿ ਮੈਂ ਆਪਦੇ ਡਰੀਮ ਹਾਊਸ ਦੇ ਵਿੱਚ ਰਵਾਂ although I currently live in my own house in Moga city but it has some problems ਕਹਿੰਦੇ ਹਾਲਾਂਕਿ ਮੈਂ ਆਪਦੇ ਘਰ 'ਚ ਰਹਿ ਰਿਹਾ ਮਤਲਬ ਰੈਂਟਲ ਹਾਊਸ 'ਚ ਨਹੀਂ ਰਹਿ ਰਹੀ ਮੈਂ ਆਪਣੇ ਘਰ 'ਚ ਰਹਿ ਰਹੀ ਹਾਂ ਮੋਗਾ ਸ਼ਹਿਰ ਦੇ ਵਿੱਚ ਬਟ ਫਿਰ ਵੀ ਮੈਨੂੰ ਕੁਝ ਪ੍ਰੋਬਲਮਸ ਨੇ ਇੱਥੇ there are only 3 bedrooms with ਲੇਕ ਮੋਡਰਨ ਐਮਿਨਿਟੀਜ਼ ਹੁੰਦਾ ਜੀ ਫੈਸਿਲਿਟੀਜ਼ ਜੋ ਤੁਹਾਨੂੰ ਮਿਲਦੀਆਂ ਨੇ ਪਲੱਸ ਜੋ ਸਰਵਿਸ ਉੱਥੇ ਪ੍ਰੋਵਾਈਡ ਹੁੰਦੀ ਹੈ ਦੈਟ ਕਾਈਂਡ ਆਫ ਤਾਂ ਉਹ ਕਹਿੰਦੇ ਕਿ ਇੱਥੇ 3 ਬੈਡਰੂਮ ਨੇ ਜਿੱਥੇ ਮੈਂ ਇਸ ਟਾਈਮ ਰਹਿ ਰਹੀ ਹਾਂ ਬਟ ਫਿਰ ਵੀ ਮੋਡਰਨ ਫੈਸਿਲਿਟੀਜ਼ ਨਹੀਂ ਅਵੇਲੇਬਲ ਮਤਲਬ ਮੇਰੇ ਉਹ ਬੈਡਰੂਮਸ ਦੇ ਵਿੱਚ ਆਲਦੋ along with this where I am living right now has less space and no backyard ਕਹਿੰਦੇ ਇਹਦੇ ਨਾਲ ਜਿੱਥੇ ਮੈਂ ਇਸ ਟਾਈਮ ਰਹਿ ਰਹੀ ਹਾਂ ਉੱਥੇ ਲੈਸ ਸਪੇਸ ਮਤਲਬ ਸਪੇਸ ਜਿਹੜਾ ਆ ਉਹ ਕੰਸਟਰਕਟਡ ਜਿਹਾ ਹੈਗਾ ਆ ਜਗ੍ਹਾ ਜ਼ਿਆਦਾ ਖੁੱਲ੍ਹੀ ਨਹੀਂ ਹੈਗੀ ਅਤੇ ਉੱਥੇ ਨੋ ਬੈਕਯਾਰਡ ਹੁੰਦਾ ਜੀ ਬੈਕ ਗਾਰਡਨ ਹਾਊਸ ਦੇ ਪਿਛਲੇ ਸਾਈਡ ਥੋੜ੍ਹੀ ਜਗ੍ਹਾ ਓਪਨ ਹੁੰਦੀ ਹੈ ਗਾਰਡਨਿੰਗ ਵਾਸਤੇ ਦੈਟ ਇਜ਼ ਕਾਲਡ ਬੈਕਯਾਰਡ ਸੋ ਆਈ ਵਿਸ਼ ਟੂ ਬਾਈ ਅ ਨਿਊ ਹਾਊਸ ਇਨ ਦਾ ਕੰਟਰੀ ਸਾਈਡ ਇਸੇ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਮੇਰਾ ਨਵਾਂ ਹਾਊਸ ਜੋ ਮੈਂ ਖਰੀਦਾਂ ਜਾਂ ਬਣਾਵਾਂ ਉਹ ਕੰਟਰੀ ਸਾਈਡ ਏਰੀਆ ਦੇ ਵਿੱਚ ਹੋਣਾ ਚਾਹੀਦਾ ਕੰਟਰੀ ਸਾਈਡ ਹੁੰਦਾ ਸ਼ਹਿਰ ਤੋਂ ਬਿਲਕੁਲ ਬਾਹਰ ਯਾਨੀ ਕਿ ਰੂਰਲ ਏਰੀਆ ਵਾਲੀ ਸਾਈਡ ਆਈ ਵਾਂਟ ਟੂ ਕੰਸਟਰਕਟ ਇਟ in a wide area so that's why I choose a countryside place because in cities there is less chance of finding enough space for my dream house ਕਹਿੰਦੇ ਮੈਂ ਮਤਲਬ ਇਹਨੂੰ ਖੁੱਲ੍ਹਾ ਡੁੱਲਾ ਬਣਾਉਣਾ ਚਾਹੁੰਦੀ ਹਾਂ ਇਸੇ ਕਰਕੇ ਮੈਂ ਕੰਟਰੀ ਸਾਈਡ ਏਰੀਆ ਚੂਜ਼ ਕੀਤਾ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਜਗ੍ਹਾ ਖੁੱਲ੍ਹੀ ਲੱਭਣੀ ਬਹੁਤ ਔਖੀ ਹੈ ਜੋ ਕਿ ਮੇਰਾ ਡਰੀਮ ਹਾਊਸ ਨੂੰ ਬਣਾਉਣ ਦਾ ਸੁਪਨਾ ਆ apart from this it would be a medium size house with many trees around it ਕਹਿੰਦੇ ਇਹ ਮੀਡੀਅਮ ਸਾਈਜ਼ ਦਾ ਇੱਕ ਹਾਊਸ ਹੋਣਾ ਚਾਹੀਦਾ ਆ ਅਤੇ ਉਹਦੇ ਆਲੇ ਦੁਆਲੇ ਜਿਹੜੇ ਆ ਬਹੁਤ ਸਾਰੇ ਟਰੀਜ਼ ਹੋਣੇ ਚਾਹੀਦੇ ਨੇ ਆਈ ਵਿਸ਼ ਟੂ ਬਿਲਡ ਇਟ ਇਨ ਅ ਟਰਡੀਸ਼ਨਲ ਸਟਾਈਲ ਬਟ ਵਿਦ ਸਮ ਮੋਡਰਨ ਟੱਚ ਕਹਿੰਦੇ ਮੈਂ ਉਮੀਦ ਕਰਦੀ ਹਾਂ ਮੈਂ ਵਿਸ਼ ਕਰਦੀ ਹਾਂ ਕਿ ਮੈਂ ਇਹਨੂੰ ਟਰਡੀਸ਼ਨਲ ਸਟਾਈਲ ਦੇ ਵਿੱਚ ਬਿਲਡ ਕਰਵਾਵਾਂ ਬਟ ਮੋਡਰਨ ਟੱਚ ਵੀ ਹੋਵੇ ਉਸ ਘਰ ਦੇ ਵਿੱਚ ਮੋਰ ਓਵਰ ਇਨ ਮਾਈ ਡਰੀਮ ਹਾਊਸ ਆਈ ਵਾਂਟ ਟੂ ਹੈਵ ਅ ਸੈਪਰੇਟ ਰੂਮ ਫੋਰ ਮਾਈ ਬੁੱਕਸ ਲਾਈਕ ਅ ਲਾਈਬ੍ਰੇਰੀ ਵੇਅਰ ਆਈ ਕੈਨ ਈਜ਼ਲੀ ਡਿਵੋਟ ਮਾਈ ਸੈਲਫ ਟੂ ਮਾਈ ਸਟੱਡੀ ਡਿਵੋਟ ਹੁੰਦਾ ਹੈ ਕਿ ਪੂਰੀ ਤਰ੍ਹਾਂ ਫੋਕਸ ਹੋ ਕੇ ਕੋਈ ਇੱਕ ਕੰਮ ਕਰਨਾ ਮਤਲਬ ਫੁੱਲ ਕੌਨਸਨਟ੍ਰੇਸ਼ਨ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਡਰੀਮ ਹਾਊਸ ਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਇੱਕ ਸੈਪਰੇਟ ਰੂਮ ਹੋਵੇ ਮੇਰੀ ਬੁੱਕਸ ਵਾਸਤੇ ਲਾਈਕ ਇੱਕ ਸਮੋਲ ਲਾਈਬ੍ਰੇਰੀ ਵਾਂਗੂ ਜਿੱਥੇ ਮੈਂ ਈਜ਼ਲੀ ਆਪਦੀ ਸਟੱਡੀ 'ਤੇ ਕੌਨਸਨਟ੍ਰੇਟ ਕਰ ਸਕਾਂ moreover some things also in my mind ਕਹਿੰਦੇ ਇਸ ਤੋਂ ਇਲਾਵਾ ਵੀ ਕੁਝ ਚੀਜ਼ਾਂ ਮੇਰੇ ਦਿਮਾਗ 'ਚ ਨੇ ਫੋਰ ਐਗਜ਼ਾਮਪਲ ਜਿਵੇਂ ਕਿ ਦਾ ਐਡੀਸ਼ਨਲ ਰੂਮ ਫੋਰ ਦਾ ਜਿਮ ਇੱਕ
एडिशनल रूम होना चाहिए जिम वास्ते एंड अ स्मॉल स्विमिंग पूल शुड बी इन माई हाउस कि एक छोटा जिहा स्विमिंग पूल भी होना चाहिए मेरे हाउस दे विच वैन एवर आई कंस्ट्रक्ट अ हाउस इट will have enough space for gardening where I can plant many flower trees or fruit trees ਕਹਿੰਦੇ ਇਸ ਤੋਂ ਇਲਾਵਾ ਜਦੋਂ ਵੀ ਮੈਂ ਮਤਲਬ ਬਣਾਵਾਂਗੀ ਇਹ ਸੁਪਨਿਆਂ ਦਾ ਘਰ ਤਾਂ ਉਹਦੇ 'ਚ ਪੂਰਾ ਸਪੇਸ ਹੋਊਗਾ ਜਿੱਥੇ ਮੈਂ ਫਲਾਵਰਸ ਅਤੇ ਫਰੂਟ ਟਰੀਜ਼ ਲਗਾ ਸਕਾਂ ਆਈ ਵਿਲ ਬੀ ਏਬਲ ਟੂ ਸੀ ਗਰੀਨਰੀ ਅਰਾਊਂਡ ਅਤੇ ਮੈਂ ਮਤਲਬ ਗਰੀਨਰੀ ਆਪਦੇ ਚਾਰੇ ਪਾਸੇ ਦੇਖਣਾ ਪਸੰਦ ਕਰੂੰਗੀ ਸੋ ਦਿਸ ਥਿੰਗ ਕੰਪੈਲ ਮੀ ਟੂ ਲਿਵ ਇਨ ਅ ਹਾਊਸ ਰੈਦਰ ਦੈਨ ਇਨ ਅ ਫਲੈਟ ਕੰਪੈਲ ਹੁੰਦਾ ਮਤਲਬ ਫੋਰਸ ਕਰਨਾ ਕਹਿੰਦੇ ਸੋ ਇਹ ਚੀਜ਼ ਹੈ ਜੋ ਮੈਨੂੰ ਫੋਰਸ ਕਰਦੀ ਹੈ ਹਾਊਸ ਦੇ ਵਿੱਚ ਰਹਿਣ ਵਾਸਤੇ ਰੈਦਰ ਦੈਨ ਅਪਾਰਟਮੈਂਟ ਔਰ ਫਲੈਟ ਮਤਲਬ ਫਲੈਟ ਤੋਂ ਇਲਾਵਾ ਮੈਂ ਫਲੈਟ ਇਸ ਕਰਕੇ ਨਹੀਂ ਲੈਣਾ ਚਾਹੁੰਦੀ ਫਿਊਚਰ ਦੇ ਵਿੱਚ ਵੈਨ ਐਵਰ ਆਈ ਥਿੰਕ ਔਫ ਮਾਈ ਡਰੀਮ ਹਾਊਸ ਆਈ ਗੈਟ ਲੋਸਟ ਇਨ ਡੇ ਡਰੀਮਿੰਗ ਕਹਿੰਦੇ ਜਦੋਂ ਵੀ ਮੈਂ ਕੋਈ ਆਪਦੇ ਡਰੀਮ ਹਾਊਸ ਬਾਰੇ ਸੋਚਦੀ ਹਾਂ ਉਸ ਟਾਈਮ ਮੈਂ ਮਤਲਬ ਖੋ ਜਾਂਦੀ ਹਾਂ ਪੂਰੀ ਤਰ੍ਹਾਂ ਡੇ ਡਰੀਮਿੰਗ ਹੁੰਦਾ ਆ ਜੀ ਤੁਸੀਂ ਖਿਆਲੀ ਦੁਨੀਆ ਦੇ ਵਿੱਚ ਖੋ ਜਾਣਾ ਮਤਲਬ ਮੈਂ ਆਪਦੀ ਖਿਆਲੀ ਦੁਨੀਆ ਦੇ ਵਿੱਚ ਖੋ ਜਾਂਦੀ ਹਾਂ ਆਈ ਥਿੰਕ ਦ ਡੇ ਵਿਲ ਕਮ ਵੈਨ ਆਈ ਲਿਵ ਇਨ ਸੱਚ ਅ ਹਾਊਸ ਕਹਿੰਦੇ ਡੈਫੀਨੇਟਲੀ ਇੱਕ ਦਿਨ ਆਊਗਾ ਜਦੋਂ ਮੈਂ ਇੱਦਾਂ ਦੇ ਘਰ 'ਚ ਰਹੂੰਗੀ ਆਲਦੋ ਆਈ ਹੈਵ ਪਲੈਨਡ ਸਮਥਿੰਗ ਬਿਗ ਹਾਲਾਂਕਿ ਮੈਂ ਮਤਲਬ ਬਹੁਤ ਵੱਡਾ ਕੁਛ ਪਲਾਨ ਕੀਤਾ ਹੋਇਆ ਆ ਇਹਨੂੰ ਕੰਪਲੀਟ ਕਰਨ ਵਾਸਤੇ ਬਟ ਆਈ ਨੋ ਆਈ ਹੈਵ ਟੂ ਵਰਕ ਹਾਰਡ ਟੂ ਮੇਕ ਮਾਈ ਡਰੀਮ ਕਮ ਟਰੂ ਪਰ ਮੈਨੂੰ ਪਤਾ ਆ ਕਿ ਮੈਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਟੂ ਮੇਕ ਮਾਈ ਡਰੀਮ ਕਮ ਟਰੂ ਆਪਣਾ ਸੁਪਨਾ ਸੱਚ ਕਰਨ ਵਾਸਤੇ ਡਰੀਮ ਕਮ ਟਰੂ ਹੁੰਦਾ ਸੁਪਨਾ ਸੱਚ ਕਰਨਾ ਹੋਪਫੁਲੀ ਆਈ ਵਿਲ ਲਿਵ ਇਨ ਮਾਈ ਡਰੀਮ ਹਾਊਸ ਵਿਦ ਮਾਈ ਫੈਮਿਲੀ ਵਨ ਡੇ ਉਮੀਦ ਕਰਦੀ ਹਾਂ ਕਿ ਇੱਕ ਦਿਨ ਮੈਂ ਆਪਣੇ ਸੁਪਨਿਆਂ ਦੇ ਘਰ ਵਿੱਚ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਰਹਾਂਗੀ ਸੋ ਇਹ ਸੀਗਾ ਜੀ ਕਿਊ ਕਾਰਡ ਅੱਜ ਦਾ ਆਈਡੀਆਸ ਮਿਲ ਗਿਆ ਹੋਊਗਾ ਤੁਹਾਨੂੰ ਵੋਕੈਬ ਤੁਹਾਨੂੰ ਮਿਲ ਗਈ ਹੋਊਗੀ ਤੁਸੀਂ ਨੋਟ ਡਾਊਨ ਕਰ ਸਕਦੇ ਆ ਹੁਣ ਆਪਾਂ ਡਿਸਕਸ ਕਰਦੇ ਹਾਂ ਅੱਗੇ ਫੋਲੋ ਅਪਸ ਫਸਟ ਕੁਐਸਚਨ ਹੈ ਜੀ ਡੂ ਮੋਸਟ ਇੰਡੀਅਨ ਪੀਪਲ ਲਿਵ ਇਨ ਐਨ ਅਪਾਰਟਮੈਂਟ ਔਰ ਹਾਊਸ Well, it varies from person to person. Some people prefer to live in a house while job holders who work in metro cities areas choose to live in a flat because it is easy to maintain ਕਹਿੰਦੇ ਇਹ ਵੈਰੀ ਕਰਦਾ ਹੈ ਪਰਸਨ ਟੂ ਪਰਸਨ ਮਤਲਬ ਪਰਸਨ ਟੂ ਪਰਸਨ ਡਿਪੈਂਡ ਕਰਦੀ ਹੈ ਇਹ ਚੀਜ਼ ਕੁਛ ਲੋਕ ਜੋ ਹੈ ਘਰ 'ਚ ਰਹਿਣਾ ਪਸੰਦ ਕਰਦੇ ਨੇ ਜਦ ਕਿ ਜਿਹੜੇ ਜੋਬ ਕਰਦੇ ਨੇ ਜੋਬ ਸੀਕਰਸ ਨੇ ਉਹ ਕੀ ਕਰਦੇ ਨੇ ਕਿ ਉਹ ਆਪਦੇ ਸ਼ਹਿਰ ਤੋਂ ਮੈਟਰੋ ਸਿਟੀਜ਼ ਹੁੰਦਾ ਮੈਟਰੋਪੋਲੀਟਨ ਹੁੰਦਾ ਹੈ ਜੀ ਮੈਟਰੋ ਸਿਟੀਜ਼ ਜੋ ਕਿ ਬਹੁਤ ਵੱਡੀਆਂ ਸਿਟੀਜ਼ ਨੇ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਮੁੰਬਈ ਬੋਂਬੇ ਵਾਲੀ ਸਾਈਡ ਚੰਡੀਗੜ੍ਹ ਠੀਕ ਹੈ ਇੱਦਾਂ ਦੀਆਂ ਸਿਟੀਜ਼ ਨੇ ਉੱਥੇ ਜਾ ਕੇ ਕੰਮ ਕਰਦੇ ਨੇ ਸੋ ਉਹ ਕੀ ਕਹਿੰਦੇ ਫਲੈਟ 'ਚ ਰਹਿੰਦੇ ਨੇ ਉੱਥੇ ਆਪਣਾ ਘਰ ਨਹੀਂ ਬਣਾਉਂਦੇ ਉਹ ਫਲੈਟਸ 'ਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਉਹਨੂੰ ਮੇਨਟੇਨ ਕਰਨਾ ਉਹਦੀ ਸਾਫ਼ ਸਫਾਈ ਕਰਨੀ ਸੌਖੀ ਹੁੰਦੀ ਹੈ ਨੈਕਸਟ ਕੁਐਸਚਨ ਹੈ ਜੀ ਡੂ ਯੰਗ ਪੀਪਲ ਇਨ ਯੂਅਰ ਕੰਟਰੀ ਲਾਈਕ ਟੂ ਲਿਵ ਵਿਦ ਦੇਅਰ ਪੇਰੈਂਟਸ ਔਰ ਬਾਏ ਦੈਮਸੈਲਫ ਕਹਿੰਦੇ ਕਿ ਤੁਹਾਡੀ ਕੰਟਰੀ ਦੇ ਵਿੱਚ ਯੰਗ ਪੀਪਲ ਆਪਦੇ ਪੇਰੈਂਟਸ ਦੇ ਨਾਲ ਰਹਿਣਾ ਪਸੰਦ ਕਰਦੇ ਨੇ ਜਾਂ ਫਿਰ ਇਕੱਲੇ ਰਹਿਣਾ ਪਸੰਦ ਕਰਦੇ ਨੇ ਵੈਲ ਯੰਗ ਪੀਪਲ ਲਵ ਟੂ live with their parents because they are entirely depend on their parents and they are emotionally attached to them ਕਹਿੰਦੇ in my country young people ਜੋ ਹੈ ਆਪਣੇ ਪੇਰੈਂਟਸ ਦੇ ਨਾਲ ਰਹਿਣਾ ਪਸੰਦ ਕਰਦੇ ਨੇ ਕਿਉਂਕਿ entirely ਹੁੰਦਾ ਪੂਰੀ ਤਰ੍ਹਾਂ ਨਾਲ fully ਠੀਕ ਹੈ ਪੂਰੀ ਤਰ੍ਹਾਂ ਨਾਲ ਉਹ ਡਿਪੈਂਡ ਨੇ ਆਪਣੇ ਪੇਰੈਂਟਸ 'ਤੇ ਅਤੇ ਉਹਨਾਂ ਨਾਲ ਇਮੋਸ਼ਨਲ ਅਟੈਚ ਵੀ ਨੇ ਮੋਰ ਓਵਰ ਦੇਅਰ ਪੇਰੈਂਟਸ ਹੈਵ ਮੇਡ ਗ੍ਰੇਟ ਸੈਕਰੀਫਾਈਸਿਸ ਸੋ ਦੇਅਰ ਅਪਬ੍ਰਿੰਗਿੰਗ ਡਜ਼ ਨੋਟ ਲੈਟ ਦੈਮ ਲਿਵ ਅਲੋਨ ਅਪਬ੍ਰਿੰਗਿੰਗ ਹੁੰਦਾ ਹੈ ਜੀ ਬੱਚੇ ਨੂੰ ਲਾਡ ਪਿਆਰ ਨਾਲ ਮਤਲਬ ਵੱਡੇ ਕਰਨਾ ਠੀਕ ਹੈ ਅਪਬ੍ਰਿੰਗ ਮਤਲਬ ਉਹਨਾਂ ਨੂੰ ਰੇਜ਼ ਕਰਨਾ ਠੀਕ ਹੈ ਸੋ ਕਹਿੰਦੇ ਕਿ ਆਪਣੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੇ ਬਹੁਤ ਸੈਕਰੀਫਾਈਸ ਕੀਤਾ ਹੁੰਦਾ ਆ ਅਤੇ ਆਪਣੇ ਬੱਚਿਆਂ ਨੂੰ ਮਤਲਬ ਕੇਅਰ ਕਰਨ 'ਚ ਉਹਨਾਂ ਨੂੰ ਪਾਲਣ ਪੋਸ਼ਣ 'ਚ ਸੋ ਇਸ ਕਰਕੇ ਉਹ ਉਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਵੁੱਡ ਯੂ ਲਿਵ ਇਨ ਅ ਫੋਰਨ ਕੰਟਰੀ ਇਨ ਦਾ ਫਿਊਚਰ ਕੀ ਤੁਸੀਂ ਫਿਊਚਰ ਦੇ ਵਿੱਚ ਕਿਸੇ ਫੋਰਨ ਕੰਟਰੀ ਦੇ ਵਿੱਚ ਰਹਿਣਾ ਪਸੰਦ ਕਰੋਗੇ
Definitely, I would like to live in foreign country in future and it's my dream। ਕਹਿੰਦੇ definitely मैं रहना चाहूँगा ਤੇ ਇਹ ਮੇਰਾ ਸੁਪਨਾ ਆ। I would love to explore different culture as well as new places। ਕਹਿੰਦੇ ਮੈਨੂੰ ਇਹਦੇ ਨਾਲ ਮੌਕਾ ਮਿਲੂਗਾ explore ਕਰਨ ਦਾ different culture ਤੇ new places ਨੂੰ। Living in a cosmopolitan ambience ਇਹ ਹੁੰਦਾ ਜੀ ਵਰਲਡ ਵਾਈਡ ਏਰੀਆ ਤੇ ਉੱਥੋਂ ਦਾ ਇਨਵਾਇਰਮੈਂਟ। ਠੀਕ ਹੈ, ਕਹਿੰਦੇ ਜਦੋਂ ਮੈਂ ਦੂਜੇ ਮਤਲਬ ਇਨਵਾਇਰਮੈਂਟ 'ਚ ਜਾਊਂਗਾ ਹੈਜ਼ ਮੋਰ ਐਡਵਾਂਟੇਜ ਤਾਂ ਉਹਦੇ ਬਹੁਤ ਸਾਰੇ ਫਾਇਦੇ ਹੋਣਗੇ ਐਂਡ ਪੀਪਲ ਕੈਨ ਰੀਜਨੋਵੇਟ ਦੈਮਸੈਲਫ ਵੈਨ ਅਦਰ ਕਮਿਊਨਿਟੀਜ਼ ਸਰਾਊਂਡ ਦੈਮ। ਕਹਿੰਦੇ ਉਹ ਆਪਣੇ ਆਪ ਨੂੰ ਰਿਫਰੈਸ਼ ਫੀਲ ਕਰਨਗੇ ਜਦੋਂ ਅਦਰ ਕਮਿਊਨਿਟੀਜ਼ ਉਹਨਾਂ ਦੇ ਆਲੇ ਦੁਆਲੇ ਹੋਣਗੀਆਂ। ਲਾਸਟ ਕੁਐਸਚਨ ਹੈ ਜੀ ਆਪਣੇ ਕੋਲੇ, ਹਾਊ ਇਜ਼ ਮੋਡਰਨ ਹੋਮ ਡਿਜ਼ਾਈਨ ਇਨ ਯੂਅਰ ਕੰਟਰੀ ਡਿਫਰੈਂਟ ਫਰੋਮ ਦੈਟ ਆਫ ਦਾ ਪਾਸਟ। ਕਹਿੰਦੇ ਅੱਜ ਕੱਲ੍ਹ ਜਿਹੜੇ ਘਰ ਬਣ ਰਹੇ ਨੇ ਕੰਸਟਰਕਟ ਹੋ ਰਹੇ ਨੇ ਉਹਨਾਂ ਦੇ ਡਿਜ਼ਾਈਨ 'ਚ ਅਤੇ ਪਿਛਲੇ ਜ਼ਮਾਨਿਆਂ ਦੇ ਡਿਜ਼ਾਈਨ 'ਚ ਕੀ ਡਿਫਰੈਂਸ ਹੈ ਤੁਹਾਡੀ ਕੰਟਰੀ ਦੇ ਵਿੱਚ। ਵੈਲ ਮੋਡਰਨ ਹਾਊਸਿਸ ਆਰ ਡਿਫਰੈਂਟ ਫਰੋਮ ਪਾਸਟ ਹੋਮਸ। ਕਹਿੰਦੇ ਅੱਜ ਕੱਲ੍ਹ ਦੇ ਘਰ ਪਿਛਲੇ ਜ਼ਮਾਨੇ ਦੇ ਘਰਾਂ ਨਾਲੋਂ ਡਿਫਰੈਂਟ ਨੇ। People have a lot of facilities in a home like attached bathroom, a garden on a terrace and good water drainage। ਡਰੇਨੇਜ ਹੁੰਦਾ ਸਿੰਚਾਈ ਕਰਨਾ ਮਤਲਬ ਨਿਕਲਣਾ ਬਾਹਰ ਜਾਣਾ ਡਰੇਨ ਕਰਨਾ। ਸੋ ਕਹਿੰਦੇ ਕਿ ਮਤਲਬ ਅੱਜ ਕੱਲ੍ਹ ਲੋਕਾਂ ਕੋਲ ਬਹੁਤ ਸਾਰੀ ਫੈਸਿਲਿਟੀਜ਼ ਹੈਗੀਆਂ ਨੇ ਆਪਣੇ ਨਵੇਂ ਘਰ 'ਚ ਮੋਡਰਨ ਲੁੱਕ 'ਚ, ਜਿਵੇਂ ਕਿ ਅਟੈਚਡ ਬਾਥਰੂਮ ਨੇ ਮਤਲਬ ਬੈਡਰੂਮ ਦੇ ਨਾਲ ਹੀ ਅਟੈਚ ਬਾਥਰੂਮ ਹੁੰਦਾ ਆ ਅਤੇ ਇੱਕ ਗਾਰਡਨ ਅੱਜ ਕੱਲ੍ਹ ਮੋਸਟਲੀ ਸਿਟੀਜ਼ ਦੇ ਵਿੱਚ ਸਪੇਸ ਘੱਟ ਹੋਣ ਕਰਕੇ ਟੈਰਿਸ ਦੇ ਉੱਪਰ ਮਤਲਬ ਟੋਪ 'ਤੇ ਗਾਰਡਨ ਉਹ ਬਣਾਏ ਹੋਏ ਨੇ ਅਤੇ ਵਾਟਰ ਦੀ ਸਪਲਾਈ ਜਿਹੜੀ ਉਹਦੀ ਨਿਕਾਸੀ ਹੈ ਉਹ ਬਹੁਤ ਸੌਖੀ ਹੋ ਗਈ ਹੈ, ਗੁੱਡ ਹੋ ਗਈ ਹੈ। ਅਰਲੀਅਰ ਪੀਪਲ ਲਿਵਡ ਇਨ ਓਪਨ ਹੋਮਸ। ਪਿਛਲੇ ਜ਼ਮਾਨੇ 'ਚ ਪਹਿਲਾਂ ਦੀ ਗੱਲ ਕਰੀਏ ਤਾਂ ਪਾਸਟ 'ਚ ਲੋਕ ਓਪਨ ਘਰਾਂ ਦੇ ਵਿੱਚ ਰਹਿੰਦੇ ਸੀ, ਮਤਲਬ ਬਹੁਤ ਖੁੱਲ੍ਹੇ ਡੁੱਲੇ ਘਰ ਹੁੰਦੇ ਸੀਗੇ। ਮੇਡ ਆਫ ਬ੍ਰਿਕਸ ਐਂਡ ਮਡ, ਮਿੱਟੀ ਦੇ ਨਾਲ ਅਤੇ ਇੱਟਾਂ ਨਾਲ ਕੁਛ ਬਣੇ ਹੋਏ ਹੁੰਦੇ ਸੀਗੇ। ਦੀਜ਼ ਵਰ ਟੈਂਪਰੇਰੀ ਹਾਊਸ, ਉਹ ਜਿਹੜੇ ਸੀ ਟੈਂਪਰੇਰੀ ਘਰ ਹੁੰਦੇ ਸੀ, ਮਤਲਬ ਜਦੋਂ ਮੀਂਹ ਕਣੀ ਆਉਂਦੀ ਸੀ ਅਤੇ ਉਹ ਚੋਣ ਵੀ ਲੱਗ ਜਾਂਦੇ ਸੀ। ਬਟ ਨਾਓ ਮੋਡੀਕੂਲਰ ਕਿਚਨਸ ਆਰ ਕੰਸਟਰਕਟਿਡ। ਮੋਡੀਕੂਲਰ ਕਿਚਨ ਹੁੰਦਾ ਆ ਜਿਹਦੇ ਵਿੱਚ ਮੋਡਰਨ ਸਟਾਈਲ ਦੇ ਨਾਲ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ, ਪਲੱਸ ਉਹਦੇ ਅੰਦਰ ਕੀ ਹੁੰਦਾ ਮੋਡਿਊਲਸ ਮਤਲਬ ਡਿਵਾਈਡ ਸੈਪਰੇਟੇਸ਼ਨ ਹੁੰਦੀ ਹੈ ਕਿਚਨ ਦੇ ਵਿੱਚ, ਕੈਬਨਿਟ ਬਣੇ ਹੁੰਦੇ ਨੇ ਅਲੱਗ ਅਲੱਗ ਐਂਡ ਮੈਨੀ ਫੀਚਰਸ ਆਰ ਐਡਿਡ ਟੂ ਬਿਊਟੀਫਾਈ ਦਾ ਹਾਊਸਿਸ। ਕਹਿੰਦੇ ਹੋਰ ਵੀ ਬਹੁਤ ਸਾਰੇ ਫੀਚਰ ਨੇ ਜੋ ਐਡ ਕੀਤੇ ਜਾਂਦੇ ਨੇ ਘਰ ਦੇ ਵਿੱਚ ਤਾਂ ਕਿ ਘਰ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ। ਸੋ ਇਹ ਸੀਗਾ ਜੀ ਅੱਜ ਦਾ ਕਿਊ ਕਾਰਡ ਵਿਦ ਫੋਲੋ ਅਪਸ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਇਨਫੋਰਮੇਟਿਵ ਲੱਗੀ ਹੋਊਗੀ। ਅਗਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ, ਤੁਹਾਨੂੰ ਸਾਡੇ ਕਿਊ ਕਾਰਡ ਦੇ ਆਨਸਰ ਸੈਂਪਲ ਆਨਸਰ ਯੂਨੀਕ ਐਂਡ ਇਨਫੋਰਮੇਟਿਵ ਲੱਗਦੇ ਨੇ, ਦੈਨ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। If you are new in our channel then please do subscribe and press the bell icon for more updation। ਆਪਣੇ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਫੀਡਬੈਕ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਜੀ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਹ ਵੀਡੀਓ ਤੁਹਾਡੇ ਲਈ ਯੂਜ਼ਫੁਲ ਸੀ ਜਾਂ ਨਹੀਂ। ਅਗਰ ਯੂਜ਼ਫੁਲ ਨਹੀਂ ਸੀ ਤਾਂ ਉਹ ਕੀ ਰੀਜ਼ਨ ਸੀ, ਪਲੱਸ ਤੁਸੀਂ ਸਾਨੂੰ ਸਾਡੀਆਂ ਕਮੀਆਂ ਵੀ ਦੱਸ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਇਹ ਕਮੀ ਸੀ ਕਿ ਤਾਂ ਕਿ ਅਸੀਂ ਨੈਕਸਟ ਵੀਡੀਓ ਦੇ ਵਿੱਚ ਉਹਨੂੰ ਇੰਪਰੂਵ ਕਰ ਸਕੀਏ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ। ਆਈਲੈਟਸ ਫੀਵਰ ਵੈਬਸਾਈਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਉੱਥੇ ਬਹੁਤ ਸਾਰੇ ਸੈਂਪਲ ਹੈਗੇ ਨੇ ਕਿਊ ਕਾਰਡਸ ਦੇ ਜੋ ਲੇਟੈਸਟ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦੀ ਲਿਸਟ ਆਈ ਹੈ। ਉੱਥੇ ਆਲਰੇਡੀ ਤੁਹਾਨੂੰ ਸੈਂਪਲ 2 ਔਰ 3 ਸੈਂਪਲ ਇੱਕ ਕਿਊ ਕਾਰਡ ਦੇ ਮਿਲ ਜਾਣਗੇ। ਇੱਥੇ ਵੀਡੀਓਜ਼ ਲੇਟ ਅਪਲੋਡ ਹੁੰਦੀਆਂ ਨੇ ਕਿਉਂਕਿ ਦਿਨ 'ਚ ਅਸੀਂ ਇੱਕ ਹੀ ਵੀਡੀਓ ਅਪਲੋਡ ਕਰਦੇ ਹਾਂ। ਇਸ ਤੋਂ ਇਲਾਵਾ ਤੁਸੀਂ ਸਾਡੀ ਓਫੀਸ਼ੀਅਲ ਵੈਬਸਾਈਟ www.ieltsfever.org 'ਤੇ ਵਿਜ਼ਿਟ ਵੀ ਕਰ ਸਕਦੇ ਹੋ ਜਿੱਥੇ ਤੁਹਾਨੂੰ ਰੀਡਿੰਗ, ਲਿਸਨਿੰਗ, ਰਾਈਟਿੰਗ ਐਂਡ ਸਪੀਕਿੰਗ ਦਾ ਸਾਰਾ ਡਾਟਾ ਮਿਲ ਜਾਏਗਾ ਅਤੇ ਤੁਹਾਨੂੰ ਜਨਵਰੀ ਟੂ ਅਪ੍ਰੈਲ ਦੇ ਕਿਊ ਕਾਰਡ ਦੇ ਸੈਂਪਲ ਆਨਸਰ ਵੀ ਮਿਲ ਜਾਣਗੇ। ਇਨਫੈਕਟ ਕਈ ਕਿਊ ਕਾਰਡਸ ਦੇ 2-2, 3-3 ਸੈਂਪਲ ਪਏ ਹੋਏ ਨੇ। ਇੱਥੇ ਵੀਡੀਓ ਲੇਟ ਅਪਲੋਡ ਹੁੰਦੀਆਂ ਨੇ ਕਿਉਂਕਿ ਇੱਥੇ ਸਾਰੀਆਂ ਵੀਡੀਓਜ਼ ਅਸੀਂ ਇੱਕ ਦਿਨ 'ਚ ਅਪਲੋਡ ਨਹੀਂ ਕਰ ਸਕਦੇ। ਸੋ ਉੱਥੋਂ ਤੁਸੀਂ ਸੈਂਪਲ ਆਨਸਰ ਲੈ ਸਕਦੇ ਹੋ। ਪਲੱਸ ਇਹਦੇ ਨਾਲ ਨਾਲ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਮੌਕ ਟੈਸਟ
भी शुरू किए हुए ने। सो अगर तुसी पार्टिसिपेट करना चाहते हो तो WhatsApp ग्रुप ज्वाइन कर सकते हो, जो कि साडी वैबसाइट पर मिल जाऊगा तुहानूं। डेली मॉक टैसट दे विच असीं फ्री इवैल्यूएशन करते हैं राइटिंग प्लस स्पीकिंग दी। राइटिंग दी ते स्पीकिंग दी फ्री इवैल्यूएशन होंदी है विदाउट एनी कॉस्ट, कोई पैसा तुसी पे नहीं करना। इहदे नाल तुहानूं हैल्प मिलूगी। सेंटर्स दे विच तुसी जाके ज़्यादा पैसे ना खर्च करो। ਜਿਹੜੇ ਸਟੂਡੈਂਟ ਨੇ ਪੜ੍ਹਨਾ ਆ ਉਹਨੇ ਘਰੇ ਬਹਿ ਕੇ ਵੀ ਪੜ੍ਹ ਲੈਣਾ ਆ। ਤੁਹਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ ਅਤੇ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ, ਤੁਹਾਡੇ 'ਚ ਗਟਸ ਹੋਣੇ ਚਾਹੀਦੇ ਨੇ ਕਿ ਹਾਂ ਤੁਸੀਂ ਆਇਲਸ ਐਗਜ਼ਾਮ ਨੂੰ ਕਰੈਕ ਕਰਨਾ ਆ। ਸੋ ਥੈਂਕ ਯੂ ਫॉर ਵਾਚਿੰਗ ਐਂਡ ਕੀਪ ਸਪੋਰਟਿੰਗ। ਸਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਆਈਲੈਟਸ ਫੀਵਰ ਚੈਨਲ ਨੂੰ ਜਿੰਨਾ ਤੁਸੀਂ ਗਰੋ ਕਰੋਗੇ ਉਨਾ ਹੀ ਸਟੂਡੈਂਟਸ ਦਾ ਫਾਇਦਾ ਹੋਊਗਾ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਸੀ ਯੂ ਇਨ ਦਾ ਨੈਕਸਟ ਵੀਡੀਓ।